स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, सर्दी जोर फड़ गई, ਪੰਜਾਬੀਆਂ ਦਾ ਜ਼ਬਤ ਪਰਖਿਆ ਜਾ ਰਿਹਾ सरकार उदासीन हो गई। ਔਰ ਜਿਹੜੇ ਘਰੋਂ ਗਏ ਨੇ ਉਹਨਾਂ ਦੀ ਵਾਪਸੀ ਦਾ ਵੀ ਅਜੇ ਕੋਈ ਨਜ਼ਰ ਨਹੀਂ ਆ ਰਿਹਾ। ਲੀਡਰਸ਼ਿਪ ਨੂੰ ਵਿਜ਼ਨਰੀ ਹੋਣਾ ਪਊ। ਦੇਖੋ ਅਜੇ ਤੱਕ ਕੋਈ ਰਾਹ ਮਿਲੇ ਤੇ ਕੁਝ ਕਿਹਾ ਜਾ ਸਕਦਾ। ਯੈਸ ਔਰ ਨੋ 'ਚ ਫਸੀ ਗੱਲ ਇੰਨੀ ਲੰਬੀ ਹੋ ਜਾਊਗੀ, ਜੀ ਕਿਸੇ ਨੂੰ ਉਮੀਦ ਨਹੀਂ ਸੀ। ਦੇਖੋ ਕਿਹਾ ਤਾਂ ਇਹੋ ਹੀ ਜਾ ਰਿਹਾ ਕਿ ਸਰਦ ਰੁੱਤ ਦੀ ਉਡੀਕ ਕਰੋ, ਸਰਦ ਰੁੱਤ ਸਮਾਗਮ ਦੀ ਉਡੀਕ ਕਰੋ, ਲੇਕਿਨ ਸਰਦਰੁੱਤ ਸਮਾਗਮ ਤੇ ਰੱਦ ਕਰਤਾ ਗਿਆ। ਹਾਂ, ਬਸ ਫਿਰ ਉਹੀ ਹੈ ਨਾ, ਹਰ ਪਾਸੇ ਦੁਬਦਾ ਆ, ਹਰ ਪਾਸੇ ਸਪਸ਼ਟਤਾ ਕਿਤੇ ਨਹੀਂ ਹੈ। ਨਹੀਂ, ਅਗਲੇ ਤੇ ਸਪਸ਼ਟ ਹੀ ਨੇ। ਜਦੋਂ ਸਰਦਰੁੱਤ ਸਮਾਗਮ ਜਿਹੜਾ ਉਹਨੂੰ ਰੱਦ ਕਰਦੇ ਆ ਹਾਂ। ਕਰੋਨਾ ਦੇ ਬਹਾਨੇ, ਤੇ ਬਿਲਕੁਲ। ਸਭ ਤੋਂ ਅਹਿਮ ਸਵਾਲ ਤੇ ਇਹੀ ਹੈ ਨਾ ਕਿ ਜੇ ਵਿਰੋਧੀ ਸਦਨ ਚਾਹੁੰਦੇ, ਰੌਲਾ ਪੈਂਦਾ, ਬਿਲਕੁਲ ਸਰਕਾਰ ਤੇ ਹੋਰ ਪ੍ਰੈਸ਼ਰ ਬਣਦਾ। ਜੀ ਅਗਲੇ ਪੰਜਾਬੀਆਂ ਦਾ ਔਰ ਜਿਹੜੇ ਕਿਸਾਨ ਨੇ ਖਾਸ ਤੌਰ ਤੇ ਉੱਤਰੀ ਭਾਰਤ ਦੇ ਜ਼ਿਆਦਾ, ਜੀ ਉਹਨਾਂ ਨੂੰ ਹੁਣ ਇਹ ਪੋਹ ਦੇ ਪਰ ਜਿਹੜੇ ਪਾਲੇ ਨੇ ਜੀ ਇਹਨਾਂ ਦੇ ਵਿੱਚ ਵੇਖਣਾ ਚਾਹੁੰਦੇ ਕਿ ਬਿਲਕੁਲ। ਇਹ ਅਜੇ ਬਚਿਆ ਰੋ, ਅਜੇ ਪੁਰਾਣੇ ਜਿਹੜੇ ਵਿਰਾਸਤੀ ਸੰਕਲਪ ਸੀ ਜੀ। ਖੁਰਿਆ ਕਿ ਨਹੀਂ ਖੁਰੇ। ਅਜੇ ਤਾਂ ਦੇਖੋ ਗੱਲ ਜਿਹੜੀ ਹੈ ਕਿਹਾ ਜਾ ਸਕਦਾ ਕਿ ਤੁਰੀ ਨਹੀਂ ਹੈ, ਅਜੇ ਤੇ ਇੱਕ ਡੈਡਲੌਕ ਆ। ਪਹਿਲੇ ਦਿਨ ਤੋਂ ਉਹ ਆਪਣੇ ਇਸ ਅਮਲ ਤੇ ਅੜੇ ਨੇ ਕਿ ਇਹ ਬਿੱਲ ਰੱਦ ਨਹੀਂ ਜੇ ਹੋਣੇ, ਇਹ ਕਾਨੂੰਨ ਬਿਲਕੁਲ ਸਹੀ ਨੇ, ਕਿਸਾਨਾਂ ਦੇ ਹੱਕ 'ਚ ਨੇ। ਇਹ ਅੱਜ ਫਿਰ ਕਹਿ ਦਿੱਤਾ ਗਿਆ। ਗਲਤ ਹੈ ਵੀ ਸ਼ੁਰੂ ਪਹਿਲੇ ਦਿਨ ਤੋਂ ਕਹਿ ਰਹੇ ਨੇ, ਅੱਜ ਵੀ ਕਿਹਾ ਜਾ ਰਿਹਾ, ਲੇਕਿਨ ਵਿੱਚ ਜੇ ਸੱਦ ਕੇ ਜਿਹੜੀ ਕਿਸਾਨਾਂ ਦੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਪਤਾ ਨਹੀਂ ਕਿਸ ਸੰਦਰਭ 'ਚ ਕਿਸ ਆਸ 'ਚ ਕੀਤੀਆਂ ਜਾ ਰਹੀਆਂ ਹੁਣ ਨੇ। ਤਾਂ ਉਹ ਵੀ ਬ੍ਰੇਕ ਹੈ। ਅੱਜ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ, ਹੋ ਸਕਦਾ ਜਦੋਂ ਤੱਕ ਇਹ ਐਪੀਸੋਡ ਲੋਕਾਂ ਤੱਕ ਪਹੁੰਚਣਾ ਹੈ ਹਾਂ ਉਦੋਂ ਤੱਕ ਜਥੇਬੰਦੀਆਂ ਆਪਣੀ ਗੱਲ ਕਹਿ ਰਹੀਆਂ ਹੁਣ। ਬਿਲਕੁਲ। ਪਰ ਸਵਾਲ ਇਹ ਆ, ਜਿਸ ਦਿਨ ਜਥੇਬੰਦੀਆਂ ਯੈਸ ਔਰ ਨੋ ਦੇ ਬੈਨਰ ਲੈ ਕੇ ਬਾਹਰ ਆ ਗਈਆਂ, ਜੀ ਉਸ ਦਿਨ ਵੀ ਬਹੁਤ ਸਿਆਣੇ ਲੋਕ ਕਹਿੰਦੇ ਸੀ ਕਿ ਕਦੇ ਵੀ ਗੱਲਬਾਤ ਦੇ ਰਸਤੇ ਨਹੀਂ ਛੱਡੀਦੇ, ਜੀ ਕਦੇ ਵੀ ਤੁਸੀਂ ਆਰ ਪਾਰ ਦੀ ਲੜਾਈ ਨਹੀਂ ਲੜ ਸਕਦੇ। ਦੇਖੋ ਗੱਲ ਫਿਰ ਉਹ ਇਹ ਹੀ ਆ। ਟੋਟਲ ਸਿਆਸਤ ਹੈ ਜੀ। ਤੇ ਸਿਆਸਤ ਨੂੰ ਸਿਆਸਤ ਦੇ ਹਥਿਆਰ ਨਾਲ ਹੀ ਵੇਖਣਾ ਪਊ। ਹਾਂ। ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਵੱਖ-ਵੱਖ ਮੌਕਿਆਂ ਤੇ ਡੀਸੀ ਦਫ਼ਤਰਾਂ ਦੇ ਘਿਰਾਓ ਕਰਨ ਤੱਕ, ਰੇਲ ਗੱਡੀਆਂ ਜੀ। ਰੋਕਣ ਤੱਕ ਸੀਮਤ ਸੀ। ਆਪਣੇ ਘਰ 'ਚ ਆਸਾਨ ਹੁੰਦਾ, ਬਿਲਕੁਲ ਜਦੋਂ ਤੁਸੀਂ ਬਾਹਰ ਲੜਾਈ ਲੜਦੇ ਹੋ ਤੇ ਲੜਾਈ ਤੁਹਾਡੀ ਸਮਰੱਥਾ ਤੋਂ ਬਹੁਤ ਵੱਡੀ ਹੋ ਜਾਂਦੀ। ਜੀ ਜਦੋਂ ਇਹ ਲੋਕਾਂ ਦਾ ਇੱਕ ਸਲਾਬ ਬਣਦੀ ਹੈ, ਉਦੋਂ ਤੁਹਾਡੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਅਜੇ ਤੇ ਤੁਹਾਡਾ ਸਲਾਬ ਜਿਹੜਾ ਹੈ ਉਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਸਾਹਮਣੇ ਆ ਰਹੀਆਂ ਨੇ। ਜੀ। ਕੱਲ ਜਿਹੜੇ ਉਹਨਾਂ ਨੇ ਵੱਖਰੇ ਆਪਣੇ ਕੋਈ ਕਿਸਾਨ ਲੈ ਆਂਦੇ ਨੇ, ਇਹ ਕਿਸਾਨ ਯੂਨੀਅਨਾਂ ਕਹਿੰਦੀਆਂ ਯਾਰ ਦੱਸੋ ਇਹ ਕਦੋਂ ਦੀਆਂ ਯੂਨੀਅਨਾਂ ਨੇ, ਕੌਣ ਨੇ, ਕਿੱਥੋਂ ਨੇ, ਸਾਨੂੰ ਵੀ ਦੱਸ ਦਿਓ। ਪਰ ਉਹ ਪ੍ਰਕਿਰਿਆ ਅੱਜ ਵੀ ਉਹ ਅੱਜ ਜਾਰੀ ਵੀ ਰਹੀ। ਹੈ। ਪੂਰੇ ਦੇਸ਼ ਦੇ ਵਿੱਚੋਂ ਪਤਾ ਹਾਂ। ਨਹੀਂ ਕਿੱਥੋਂ ਕਿਸਾਨ ਆਏ ਬਿਲਕੁਲ ਜਿਹੜੇ ਕਹਿੰਦੇ ਜੀ ਇਹ ਸਮਰਥਨ ਦੇ ਰਹੇ ਨੇ। ਸਹੀ ਗੱਲ ਤਾਂ ਫਿਰ ਉੱਥੇ ਹੀ ਹੈ ਨਾ ਕਿ ਹੁਣ ਜਿਹੜੀ ਲੜਾਈ ਆ ਉਹ ਸਰਕਾਰ ਤੋਂ ਕਿਸਾਨਾਂ ਦੇ ਦਰਮਿਆਨ ਕੇਂਦਰਿਤ ਕੀਤੀ ਜਾ ਰਹੀ ਹੈ। ਨਹੀਂ ਸਰਦਾਰ ਜੀ, ਦੇਖੋ ਪਹਿਲੀ ਮੁਸ਼ਕਲ ਕੀ ਸੀਗੀ ਕਿ ਜਿਹੜੀ ਐਮਐਸਪੀ ਸਰਕਾਰੀ ਖਰੀਦ ਤੇ ਮੰਡੀਆਂ ਦਾ ਮਸਲਾ ਹੈ, ਜੀ। ਇਹ ਤਾਂ ਪਹਿਲਾਂ ਵੀ ਵੱਡਾ ਇਸ਼ੂ ਪੰਜਾਬ ਤੇ ਹਰਿਆਣੇ ਦਾ ਸੀ। ਸਹੀ ਗੱਲ। ਸਭ ਤੋਂ ਜ਼ਿਆਦਾ ਵੱਡਾ ਇਨਫਰਾਸਟ੍ਰਕਚਰ ਪੰਜਾਬ ਕੋਲ ਹੈ ਮੰਡੀਆਂ ਦਾ। ਸਭ ਜੇ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਪੰਜਾਬ ਹੁੰਦਾ, ਜੀ। ਜੇ ਸਭ ਤੋਂ ਠੀਕ ਰੇਟ ਮੰਡੀ ਸਿਸਟਮ ਕਰਕੇ ਮਿਲਦੇ ਆ ਪੰਜਾਬੀਆਂ ਨੂੰ ਮਿਲਦੇ। ਜੀ। ਹੁਣ ਸਵਾਲ ਇਹ ਆ ਕਿ ਇਹੀ ਇੱਕ ਧਰਾਤਲ ਸੀ, ਖਿੱਤਾ ਸੀ, ਜਿਹਦੇ ਵਿੱਚੋਂ ਦੇਸ਼ ਦਾ ਅੰਨ ਭੰਡਾਰ ਸੀ, ਜਿਹਦੇ ਵਿੱਚੋਂ ਉਹਨਾਂ ਦੀ ਜਿਹੜੀ ਵੰਡ ਪ੍ਰਣਾਲੀ, ਜਨਤਕ ਵੰਡ ਪ੍ਰਣਾਲੀ, ਉਹਦਾ ਢਿੱਡ ਭਰਦਾ ਸੀ। ਲੇਕਿਨ ਜੇ ਇਹਨੂੰ ਤੁਸੀਂ ਸਮਝਦੇ ਹੋ ਕਿ ਹੁਣ ਇਹਦੀ ਲੋੜ ਨਹੀਂ ਰਹੀ, ਸਾਨੂੰ ਤਾਂ ਬਾਹਰੋਂ ਅਨਾਜ ਸਸਤਾ ਮਿਲ ਸਕਦਾ, ਜੀ। ਅਸੀਂ ਤਾਂ ਕਾਰਪੋਰੇਟ ਨਾਲ ਲੌਬਿੰਗ ਕਰ ਸਕਦੇ ਹਾਂ, ਸਰਕਾਰ ਹੱਥ ਪਿੱਛੇ ਖਿੱਚਣਾ ਚਾਹੁੰਦੀ, ਜਿੱਥੇ ਜਿਸ ਖਿੱਤੇ ਨੂੰ ਜ਼ਿਆਦਾ ਮਾਰ ਵੱਜੀ ਉਹ ਲੜੂਗੀ। ਹੁਣ ਇਸ ਤੋਂ ਵੀ ਅਗਲਾ ਸਵਾਲ ਹੈ। ਪਰ ਸਵਾਲ ਤੇ ਇਹ ਆ ਕਿ ਜਦੋਂ ਤੁਹਾਡੇ ਆਪਣੇ ਜਿਹੜਾ ਤੁਹਾਡੀ ਆਪਣਾ ਪ੍ਰੋਡਕਟ ਹੈ, ਜਿਹੜੀ ਤੁਹਾਡੀ ਆਪਣੀ ਪ੍ਰੋਡਕਸ਼ਨ ਆ, ਜੀ। ਜੇ ਉਹ ਹੀ ਖਤਮ ਕਰ ਦਿੱਤੀ ਗਈ, ਜੇ ਤੁਸੀਂ ਜਿੱਦੀ ਅੜ ਗਏ ਹੋ ਜਿੱਤ ਤੇ ਕਿ ਸਾਨੂੰ ਰਾਸ਼ਨ ਬਾਹਰੋਂ ਮਿਲ ਸਕਦਾ, ਸਭ ਕੁਝ ਸਮਾਨ ਬਾਹਰੋਂ ਮਿਲ ਸਕਦਾ, ਤੇ ਫਿਰ ਇਹ ਕਿਸਾਨੀ ਦਾ ਜਿਹੜਾ ਸਾਰਾ ਝੰਡਟ ਹੀ ਅਗਰ ਖਤਮ ਹੋ ਜਾਂਦਾ ਤੇ ਫਿਰ ਤੁਹਾਡੇ ਕੋਲ ਕੀ ਬਦਲਣੇ ਪ੍ਰਬੰਧ ਨੇ। ਨਹੀਂ, ਆਪਾਂ ਇਸ ਗੱਲ ਤੇ ਜੇ ਨਾ ਜਾਈਏ, ਜੇ ਅਸੀਂ ਸਿਰਫ ਇਸ ਗੱਲ ਵੱਲ ਸਰਦਾਰ ਸਾਹਿਬ ਪਰਤੀਏ ਕਿ ਗਵਰਨਮੈਂਟ ਬਜਿੱਦ ਹੋ ਗਈ ਜੀ ਕਿ ਤੁਸੀਂ ਸਾਨੂੰ ਝੁਕਾਉਣਾ ਚਾਹੁੰਦੇ ਹੋ, ਅਸੀਂ ਝੁਕਦੇ ਨਹੀਂ। ਹਾਂ ਜੇਕਰ ਕਿਸਾਨ ਜਥੇਬੰਦੀਆਂ ਅੜ ਗਈਆਂ, ਜਾਓ ਅਸੀਂ ਨਹੀਂ ਮੰਨਦੇ। ਬਿਲਕੁਲ। ਇਸ ਸਾਰੇ ਪ੍ਰਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਉਹ ਲੋਕ ਜਿਹੜੇ ਜਜ਼ਬਾਤ ਦੇ ਵੇਗ 'ਚ ਉੱਥੇ ਬੈਠੇ ਆ। ਬਿਲਕੁਲ ਸਹੀ ਗੱਲ। ਵੱਡਾ ਸਵਾਲ ਹੈ, ਨਾ ਕੋਈ ਪਿੱਛੇ ਹਟ ਸਕਦਾ, ਕੋਈ ਪਿਛਾਂਹ ਆਊਗਾ ਮਿਹਣਾ ਹੈ ਕਿ ਫਲਾਣਾ ਚਲੇ ਗਿਆ ਜੇ। ਬਿਲਕੁਲ। ਹੁਣ ਪੰਜਾਬੀ ਹਮੇਸ਼ਾ ਖਾਸ ਤੌਰ ਤੇ ਸਿੱਖ ਕਮਿਊਨਿਟੀ ਇਹਦੇ ਵਿੱਚ ਇਹ ਲੜਾਈ ਲੜੀ ਜਾਂਦੀ ਜੀ। ਰਹੀ। ਕੋਈ ਲੱਖ ਕਵੇ ਤੁਸੀਂ ਸਿੱਖਾਂ ਨਾਲ ਨਾ ਜੋੜੋ, ਕਿੱਦਾਂ ਨਹੀਂ ਜੋੜੋਗੇ? ਸਹੀ ਗੱਲ। ਜਦੋਂ ਤੁਹਾਨੂੰ ਦਸਤਾਰਾਂ ਨਜ਼ਰ ਆਉਂਦੀਆਂ। ਲੇਕਿਨ ਸਵਾਲ ਤੇ ਵੀ ਇਹਨਾਂ ਰੰਧਾਵਾ ਜੀ ਕਿ ਜਦੋਂ ਇੱਕ ਸਾਫ਼ ਹੈ ਖੁਦਕਸ਼ੀਆਂ ਜਿਹੜੀਆਂ ਕਿਸਾਨਾਂ ਦੀਆਂ ਪੂਰੇ ਹਿੰਦੁਸਤਾਨ ਨੇ ਦੇਖੀਆਂ, ਜੀ। ਅਸੀਂ ਇਕੱਲੇ ਪੰਜਾਬ ਦੀ ਗੱਲ ਨਾ ਕਰੀਏ,
ਸਾਰਿਆਂ ਨੇ ਦੇਖੀਆਂ। ਕੀ ਕਦੇ ਉਸ ਵੇਲੇ ਕਿਸੇ ਨੇ ਇਹ ਖੁਦਕਸ਼ੀਆਂ ਦੇ ਕਾਰਨ ਜਾਣ ਲਈ ਕੋਈ ਦਸਤਾਵੇਜ਼ ਸਾਹਮਣੇ ਨਹੀਂ ਰੱਖਿਆ? ਅਸੀਂ ਸਰਦਾਰ ਜੀ ਹੁਣ ਵੀ ਉਹੀ ਗੱਲ ਹੈ, ਜਦੋਂ ਖੁਦਕੁਸ਼ੀਆਂ ਦੀ ਗੱਲ ਕਰਾਂਗੇ ਗੱਲ ਲੰਬੀ ਹੋ ਜੂ। ਨਹੀਂ, ਗੱਲ ਅਸੀਂ ਹੁਣ ਵੀ ਅੱਜ ਉਹੀ ਗੱਲ ਕਹਿ ਰਹੇ ਉਹਦਾ ਜੀ। ਪੁਆਇੰਟ ਜੇ ਅਸੀਂ ਰਹਿੰਦੇ ਆ ਨਾ ਤੇ ਉਹ ਬੜਾ ਸਪਸ਼ਟ ਹੈ ਕਿ ਗਡਕਰੀ ਹਾਂ। ਨਿਤਨ ਗਡਕਰੀ ਕਹਿ ਰਹੇ ਆ ਜੀ ਕਿ ਕਿਸਾਨ ਦੇ ਫਾਇਦੇ ਦੇ ਬਿੱਲ ਆ। ਬਿਲਕੁਲ ਵੱਖ-ਵੱਖ ਪੱਧਰਾਂ ਤੇ ਜਿਹੜੇ ਗੋਇਲ ਨੂੰ ਕਿਹਾ ਗਿਆ, ਇਸੇ ਤਰੀਕੇ ਨਾਲ ਰਾਜਨਾਥ ਕਹਿ ਰਹੇ ਆ, ਜੀ। ਇਸੇ ਤਰੀਕੇ ਨਾਲ ਤੋਮਰ ਕਹਿ ਰਹੇ ਆ, ਜੀ। ਇਸੇ ਤਰੀਕੇ ਨਾਲ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ, ਬਿਲਕੁਲ। ਇਸੇ ਤਰੀਕੇ ਨਾਲ ਸੈਸ਼ਨ ਰੱਦ ਕੀਤਾ ਗਿਆ। ਜੀ। ਕਿਸਾਨ ਜਥੇਬੰਦੀਆਂ ਲਈ ਇਹ ਸਭ ਤੋਂ ਵੱਡਾ ਸੰਕਟ ਖੜਾ ਹੋ ਗਿਆ ਹਾਂ। ਕਿ ਆਖਰ ਇੰਨੇ ਬਦਲਵੇਂ ਪ੍ਰਬੰਧ, ਚਲੋ ਵੱਖਰੀ ਗੱਲ ਹੈ, ਬਹੁਤ ਹੋਣਗੇ ਜੀ। ਬੜੀ, ਲੇਕਿਨ ਜਦੋਂ ਤੁਸੀਂ ਪੌਦੇ ਪਾਲਿਆਂ ਦੀ ਗੱਲ ਕਰਦੇ ਹੋ, ਜਦੋਂ ਭਰ ਸਰਦੀ ਦੀ ਗੱਲ ਕਰਦੇ ਹੋ, ਭਾਵੇਂ ਉੱਥੇ ਲੱਖ ਟੈਂਟ ਬਣ ਗਏ, ਲੇਕਿਨ ਜੀ। ਜਦੋਂ ਤੁਸੀਂ ਘਰੋਂ ਬਾਹਰ ਲੋਕਾਂ ਨੂੰ ਬੈਠੇ ਦੇਖਦੇ ਹੋ, ਜਿਹੜੇ ਦੇਸ਼ ਦੇ ਹਾਕਮ, ਉਹਨਾਂ ਦਾ ਦਿਲ ਪਸੀਜਣਾ ਚਾਹੀਦਾ ਕਿ ਮੰਗ ਕੀ ਰਹੇ ਨੇ, ਇਹਨਾਂ ਦੀ ਮੰਗ ਦੇ ਉੱਤੇ ਗੱਲ ਅੱਗੇ ਵਧਾਉਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਸ ਦਿਨ ਲੀਕ ਮਾਰ ਕੇ ਕਿਹਾ ਸੀ, ਸਾਰੇ ਪੰਜਾਬ 'ਚੋਂ ਆਵਾਜ਼ ਆਈ ਸੀ, ਜੀ। ਆਖੇ ਜੀ ਨਹੀਂ ਠੀਕ ਹੈ, ਬੜਾ ਚੰਗਾ ਕੀਤਾ। ਅਸੀਂ ਉਸ ਦਿਨ ਕਿਹਾ ਸੀ ਕਿ ਗੱਲਬਾਤ ਚੱਲਦੀ ਰਹਿਣੀ ਚਾਹੀਦੀ। ਸਰਦਾਰ ਸਾਹਿਬ 3 ਵੱਡੇ ਨੁਕਤੇ ਸਾਂਝੇ ਕਰੂੰਗਾ, ਮੈਂ ਤੁਹਾਡੀ ਰਾਏ ਲਵਾਂਗਾ। ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਦੋ ਧਿਰੀ ਗੱਲਬਾਤ ਚੱਲਦੀ ਹੁੰਦੀ ਹੈ, ਉਸ ਦੋ ਧਿਰੀ ਗੱਲਬਾਤ ਦੇ ਵਿੱਚ ਪੜਾਅ ਦਰ ਪੜਾਅ ਅੱਗੇ ਵੱਧਦੇ ਰਹਿਣਾ ਚਾਹੀਦਾ, ਜੀ ਬਜਾਏ ਇਹਦੇ ਕਿ ਤੋੜ ਕੇ ਆ ਜਾਓ। ਇੰਜ ਨਹੀਂ ਹੁੰਦਾ। ਕਿਸੇ ਦਿਨ ਵੀ ਮੀਟਿੰਗ ਖਤਮ ਕਰ ਦਿਓ, ਅਗਲੇ ਦਿਨ ਲਈ ਕਹਿ ਦਿਓ ਕਿ ਅੱਜ ਨਹੀਂ, ਜੇ ਤੁਸੀਂ ਇੱਥੇ ਨਹੀਂ ਮੰਨਦੇ ਇਸ ਤੋਂ ਅਗਲੀ ਮੀਟਿੰਗ ਆਪਸੀ ਗੱਲਬਾਤ ਤੋਂ ਬਾਅਦ ਕਰਾਂਗੇ। ਜੀ ਜਥੇਬੰਦੀਆਂ ਇਹ ਕਹਿ ਸਕਦੀਆਂ ਕਿ ਅਸੀਂ ਸਲਾਹ ਮਸ਼ਵਰਾ ਕਰਾਂਗੇ, ਸਰਕਾਰ ਕੋਲ ਵੀ ਆਪਸ਼ਨਸ ਰਹਿਣ। ਸਰਕਾਰ ਨੇ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਕੀਤਾ ਵੀ ਹੈ। ਇੱਧਰਲੇ ਪਾਸਿਓਂ ਜਦੋਂ ਤੁਸੀਂ ਗੱਲਬਾਤ ਦੀ ਟੇਬਲ ਤੇ 40 ਲੋਕ ਬੈਠਦੇ ਹੋ ਔਰ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ ਅਗਲੇ ਦਿਨ ਗੱਲਬਾਤ ਤੇ ਜਾਣ ਤੋਂ ਪਹਿਲਾਂ ਜੀ ਤੁਸੀਂ ਆਪਣੀ ਸਟੇਜ ਤੋਂ ਸਰਕਾਰ ਦੇ ਖਿਲਾਫ ਔਰ ਗੱਲਬਾਤ ਨੂੰ ਲੈ ਕੇ ਵੱਡੇ ਦਾਅਵੇ ਕਰਦੇ ਹੋ, ਸਹੀ ਗੱਲ। ਫਿਰ ਗੱਲਬਾਤ ਦੇ ਵਿੱਚ ਮੁਸ਼ਕਲ ਆਉਂਦੀ ਹੈ। ਜਦੋਂ ਤੁਸੀਂ ਕਿਸੇ ਨਾਲ, ਕਿਸੇ ਧਿਰ ਨਾਲ ਕਿਸੇ ਜਗ੍ਹਾ ਤੇ ਬੈਠ ਕੇ ਗੱਲ ਕਰਨੀ, ਉਸ ਤੋਂ ਪਹਿਲਾਂ ਤੁਸੀਂ ਉਹਨੂੰ ਗਾਲਾਂ ਕੱਢ ਕੇ ਨਹੀਂ ਜਾ ਸਕਦੇ, ਜੀ। ਨਾ ਸਰਕਾਰ ਨਾ ਇੱਧਰਲੇ ਜਿਹੜੇ ਕਿਸਾਨ ਨੇਤਾ ਸੀ। ਸਹੀ ਗੱਲ। ਜਦੋਂ ਤੁਹਾਡੇ ਕੋਲ ਟੇਬਲ ਤੇ ਗੱਲ ਕਰਨ ਵਾਲੇ 10 ਬੰਦੇ ਹੋਣਗੇ, ਬਾਕੀ 30 ਨੂੰ ਤੁਸੀਂ ਸਟੇਜ ਹੈਂਡਓਵਰ ਕਰ ਦਿਓ ਤਾਂ ਕਿ ਤੁਹਾਡੇ ਕੋਲ ਇਹ ਆਪਸ਼ਨ ਰਵੇ ਕਿ ਜਦੋਂ ਤੁਹਾਨੂੰ ਗੱਲਬਾਤ ਦੀ ਟੇਬਲ ਤੇ ਕਿਹਾ ਜਾਵੇ ਕਿ ਤੁਹਾਡੇ ਤਾਂ ਗਾਲਾਂ ਸਾਨੂੰ ਕੱਢ ਰਿਹਾ, ਜੀ। ਤੁਸੀਂ ਇਹ ਕਹੋ ਕਿ ਜਜ਼ਬਾਤ ਦਾ ਹਾੜਾ ਰੋਕਿਆ ਨਹੀਂ ਜਾ ਸਕਦਾ। ਲੇਕਿਨ ਜਿਨ੍ਹਾਂ ਬੰਦਿਆਂ ਨੇ ਗੱਲ ਕਰਨੀ ਆ, ਉਹ ਬੰਦੇ ਤਲਖੀ ਪੈਦਾ ਕਰਕੇ ਗੱਲਬਾਤ ਲਈ ਨਹੀਂ ਜਾ ਸਕਦੇ। ਜਿਵੇਂ ਗੱਲ ਕੱਲ ਹੋ ਰਹੀ ਸੀ ਕਿ ਰਾਜੇਵਾਲ ਸਾਹਿਬ ਨੇ ਜੋ ਕਿਹਾ ਉਹਦੇ ਕਈ ਅਰਥ ਕੱਢੇ, ਅਸੀਂ ਵੀ ਗੱਲ ਕੀਤੀ। ਰਾਜੇਵਾਲ ਸਾਹਿਬ ਬਹੁਤ ਸਿਆਣੇ ਬੰਦੇ ਆ, ਉਹਨਾਂ ਨੇ ਕੱਲ ਇਹਦੇ ਲਈ ਮਾਜਰਤ ਵੀ ਤਸਲੀਮ ਕੀਤੀ ਕਿ ਜੇਕਰ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ। ਬਿਲਕੁਲ। ਲੇਕਿਨ ਸੱਚ ਇਹ ਆ ਕਿ ਜਦੋਂ ਤੁਸੀਂ ਬੋਲਦੇ ਹੋ, ਤੁਹਾਨੂੰ ਇਹ ਸੋਚਣਾ ਪਊਗਾ ਕਿ ਤੁਹਾਡੀ ਹਰ ਗੱਲ ਦੇ ਅਰਥ ਕੱਢੇ ਜਾ ਰਹੇ। ਜੀ। ਜਦੋਂ ਤੁਸੀਂ ਕੇਂਦਰ ਨੂੰ ਸੰਬੋਧਿਤ ਹੁੰਦੇ ਹੋ, ਜੀ। ਉਹ ਵੀ ਅਰਥ ਕੱਢ ਰਿਹਾ। ਜਦੋਂ ਮੰਤਰੀ ਸੋਚਦੇ ਆ, ਮੰਨ ਲਓ ਸਰਦਾਰ ਜੀ, ਸਾਹਿਬ, ਜੀ, ਇੱਕ ਜੀ, ਸਿੰਪਲ ਜੀ। ਗੱਲ ਆ, ਜਦੋਂ 2 ਮੰਤਰੀ ਬੋਲੇ, ਤੋਮਰ ਔਰ ਪਿਊਸ਼ ਗੋਇਲ ਨੇ ਪ੍ਰੈਸ ਕਾਨਫਰੰਸ ਕੀਤੀ, ਜੀ। ਉਹਨਾਂ ਕੋਲੋਂ ਇੱਕ ਲਾਈਨ ਨਿਕਲੀ ਕਿ ਅਸੀਂ ਟ੍ਰੇਡ ਲਈ ਬਣਾਏ। ਜੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮੇਤ ਰਾਜੇਵਾਲ ਹਰੇਕ ਗੱਲ ਨੂੰ ਉਹਦੀ ਵਿਆਖਿਆ ਕਰ ਕਰ ਦੱਸਿਆ ਕਿ ਤੇ ਮੰਨ ਗਿਆ ਜੀ ਕਿ ਇਹਨਾਂ ਨੇ ਟ੍ਰੇਡ ਲਈ ਬਣਾਏ। ਇਹ 'ਚ ਕੋਈ ਦੋ ਰਾਮਾ ਨਹੀਂ ਕਿ ਉਹ ਗਲਤ ਨੇ। ਸਰਕਾਰ ਨੇ ਜਿਹੜੇ ਬਿੱਲ ਬਣਾਏ ਆ, ਉਹ ਸਟੇਟ ਦਾ ਮਸਲਾ ਸੀ, ਉਹਨਾਂ ਨੇ ਹੱਥ 'ਚ ਲੈ ਲਿਆ, ਜੀ। ਫਸੇ ਹੋਏ ਨੇ ਉਹ। ਲੇਕਿਨ ਜਦੋਂ ਤੁਸੀਂ ਆਪਣੇ ਵਿਰੋਧੀ ਦੀ ਹਰ ਗੱਲ ਦੇ ਅਰਥ ਕੱਢਦੇ ਹੋ, ਜੀ। ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਤੁਹਾਡੇ ਹਰ ਇੱਕ ਬੋਲੇ ਦੇ ਵੀ ਅਰਥ ਕੱਢੇ ਜਾ ਰਹੇ। ਬਿਲਕੁਲ, ਕੱਢੇ ਤੁਸੀਂ ਜਾਣਗੇ। ਜਦੋਂ ਮੰਚ ਦੇ ਉੱਤੋਂ ਖੜੇ ਹੋ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਲੜਾਈ ਬਹੁਤ ਫਸਵੀਂ ਹੋ ਜੇ, ਵੱਡੀ ਹੋ ਜੇ, ਤੁਹਾਨੂੰ ਬਹੁਤ ਨਪੀ ਤੁਲੀ ਗੱਲ ਕਰਨੀ ਬਣਦੀ। ਤੁਹਾਨੂੰ ਗੱਲਬਾਤ 'ਚ ਜਾਣ ਤੋਂ ਪਹਿਲਾਂ ਤਲਖੀ ਪੈਦਾ ਨਹੀਂ ਕਰਨੀ ਚਾਹੀਦੀ। ਤਲਖੀ ਪੈਦਾ ਕਰਨ ਵਾਲੇ ਵੱਖਰੇ ਰੱਖ ਲਓ। ਤੁਸੀਂ ਆਪਣੇ 40 ਦੇ ਵਿੱਚੋਂ 20 ਲੀਡਰ ਉਹ ਰੱਖੋ ਜਿਹੜੇ ਤੁਹਾਡੇ ਜਜ਼ਬਾਤ ਦੀ ਤਰਜਮਾਨੀ ਸਟੇਜ ਤੇ ਕਰਨ। ਜਿਨ੍ਹਾਂ ਨੇ ਗੱਲਬਾਤ ਲਈ ਜਾਣਾ ਹੈ, ਉਹ ਗੱਲਬਾਤ ਦੀ ਟੇਬਲ ਤੇ ਹੀ ਜਾਣ। ਉਹਨਾਂ ਦੀ ਰਣਨੀਤੀ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ। ਉਹ ਨਾ ਮੀਡੀਆ ਕੋਲੋਂ, ਮੇਰੇ ਵਰਗੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕੈਮਰੇ ਅੱਗੇ ਕਰੀ ਜਾਂਦੇ ਆ, ਜਿਹੜੇ ਤੁਹਾਨੂੰ ਜਾ ਕੇ ਮਾਈਕ ਦੇਣਗੇ ਹੀ ਦੇਣਗੇ, ਤੁਹਾਡੇ ਮੂੰਹ 'ਚ ਆਪਣੀ ਗੱਲ ਵੀ ਪਾਉਣਗੇ। ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ ਹਰ ਗੱਲ ਦੇ ਉੱਤੇ ਗੱਲ ਕਰਨੀ। ਰੰਧਾਵਾ ਜੀ, ਆਖਰ ਇਹ ਜਿਹੜੀ ਤਲਖੀ ਨਾਲ ਗੱਲ ਕਰਨ ਦਾ ਰੁਝਾਨ ਜਿਹੜਾ ਇਹ ਦਿੱਤਾ ਕਿਹਨੇ ਆ? ਜੀ, ਇਹ ਦਿੱਤਾ ਕਿਹਨੇ? ਜਿਹੜਾ ਕਿਸਾਨ ਫਸਲ ਬੀਜ ਰਿਹਾ, ਜਿਹੜਾ ਉਹਦੇ ਨਾਲ ਹੱਥ ਵੰਡਾ ਰਿਹਾ, ਜੀ, ਉਹਦੇ ਨਾਲ ਤਲਖੀ ਰਹੀ। ਜਿਹਦੇ ਨਾਲ ਉਹਦੇ ਸਬੰਧ ਸੀ, ਚਾਹੇ ਜੀ। ਉਹ ਆੜਤੀਏ ਸੀ, ਚਾਹੇ ਕੋਈ ਸੀ, ਉਹਦੇ ਨਾਲ ਉਹਦੇ ਸਬੰਧ ਉਸੇ ਤਰ੍ਹਾਂ ਦੇ ਸਨ। ਜੀ। ਹੁਣ ਅਗਾਂਹ ਜਿਹੜੇ ਨਵੇਂ ਲੋਕ ਆਉਣੇ ਨੇ, ਉਹਨਾਂ ਦੇ ਨਾਲ ਸਬੰਧ ਜਿਹੜੇ ਨੇ ਕਿਨ ਕਾਇਮ ਕਰਨੇ ਸਨ, ਕਿਨ ਬਣਾਉਣਾ ਸੀ, ਕਿਨ ਉਹਦੀ ਜਿਹੜੀ ਕਹਿ ਲਓ ਕਿ ਗਰੰਟੀ ਕਿਨ ਦੇਣੀ ਸੀਗੀ ਵੀ ਇਹ ਸਬੰਧ ਜਿਹੜੇ ਨੇ ਮਜ਼ਬੂਤ ਰਹਿਣਗੇ, ਇਹ ਸਬੰਧ ਜਿਹੜੇ ਨੇ ਇਹ ਘਾਤਕ ਨਹੀਂ ਹੋਣਗੇ। ਇੱਕ ਦੋਨੇ ਧਿਰਾਂ ਨੂੰ ਦੇਣਾ ਪੈਣਾ ਸੀ। ਲੇਕਿਨ ਜਿਨ੍ਹਾਂ ਨੇ ਇਹ ਸਭ ਕੁਝ ਸਪਸ਼ਟ ਕਰਨਾ ਸੀ,
ਆਖਰ ਉਹ ਵੀ ਤੇ ਕਿਤੇ ਨਾ ਕਿਤੇ ਵਾਰ-ਵਾਰ ਬੋਲ ਰਹੇ ਨੇ, ਵਾਰ-ਵਾਰ ਉਹਨਾਂ ਦੇ ਵੀ ਸਾਰੇ ਮੰਤਰੀ ਬੋਲ ਰਹੇ ਨੇ ਨਾ। ਜੀ, ਇੱਕ ਪਾਸੇ ਤੁਸੀਂ ਬੁਲਾ ਰਹੇ ਹੋ, ਦੂਸਰੇ ਪਾਸੇ ਤੁਸੀਂ ਉਹਨਾਂ ਦੇ ਨੁਕਸ ਵੀ ਕੱਢੀ ਜਾ ਰਹੇ ਹੋ ਨਾਲੋਂ ਨਾਲ ਹੀ। ਆਖਰ ਇੰਨੇ ਲੋਕਾਂ ਨੂੰ ਜਿਹੜੇ ਉੱਥੇ ਲੱਖ 2 ਲੱਖ ਜਿਹੜੇ ਲੋਕ ਗਏ ਹੋਏ ਨੇ, ਆਖਰ ਕਿਨ ਮਜਬੂਰ ਕੀਤਾ ਕਿ ਤੁਸੀਂ ਇੱਥੋਂ ਤੱਕ ਆ ਜਾਓ? ਜੀ, ਕੀ ਇਹ ਸਿਆਸਤਦਾਨ ਜਦੋਂ ਲੋਕ ਸਭਾ, ਵਿਧਾਨ ਸਭਾ, ਕਾਰਪੋਰੇਸ਼ਨ ਦੀਆਂ ਚੋਣਾਂ, ਪੰਚੀ ਸਰਪੰਚੀ ਤੱਕ ਜਾਂਦੇ ਨੇ, ਜੀ, ਕੀ ਇਹ ਇਹਨਾਂ ਲੋਕਾਂ ਦੇ ਘਰ ਤੱਕ ਨਹੀਂ ਜਾਂਦੇ? ਬਿਲਕੁਲ ਜਾਂਦੇ। ਕੀ ਉਸ ਵੇਲੇ ਹੱਥ ਪੱਲਾ ਨਹੀਂ ਜੋੜਿਆ ਜਾਂਦਾ? ਹੁਣ ਐਸੀ ਕਿਹੜੀ ਮਤਲਬ ਆਫਤ ਆ ਗਈ ਆ ਜੀ ਕਿ ਤੁਸੀਂ ਨਾ ਨੰਨਾ ਹੀ ਧਰ ਕੇ ਬੈਠ ਜਾਓ? ਬਿਲਕੁਲ। ਜਾਂ ਤੁਸੀਂ ਇਹ ਕਹਿ ਲਓ ਕਿ ਸਾਨੂੰ ਤੁਹਾਡੀ ਭਵਿੱਖ 'ਚ ਕਦੇ ਲੋੜ ਹੀ ਨਹੀਂ ਪੈਣੀ। ਫਿਰ ਤੁਸੀਂ ਇਹੋ ਹੀ ਸੁਣਾ ਰਹੇ ਹੋ ਨਾ ਕਿ ਦੇਖੋ ਸਾਨੂੰ ਬਾਕੀ ਮੁਲਕ ਦੇ ਵਿੱਚੋਂ ਕਿਸਾਨ ਆ ਗਏ। ਜੇ ਤੁਸੀਂ ਇਹਨਾਂ ਦਾ ਤੋੜ ਦੱਸੋਗੇ ਤੇ ਫਿਰ ਘੱਟੋ ਘੱਟ ਜਿਹੜੇ ਲੋਕ 20-20 ਦਿਨ ਤੋਂ ਉੱਥੇ ਬੈਠੇ ਨੇ, ਫਿਰ ਉਹਨਾਂ 'ਚ ਤਲਖੀ ਆਉਣੀ ਵੀ ਥੋੜੀ ਬਹੁਤੀ ਤੇ ਲਾਜ਼ਮੀ ਹੋ ਜਾਂਦੀ। ਲੋਕਾਂ 'ਚ ਤਲਖੀ ਆਉਣੀ ਬਣਦੀ ਆ ਜੀ। ਮੰਨ ਲਓ ਤੁਸੀਂ ਉਹ ਲੀਡਰ, ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਪੂਰੇ ਪੰਜਾਬ ਦੀ ਇੱਜ਼ਤ ਆਬਰੂ ਦੀ ਹੈ ਜੀ। ਪੰਜਾਬ ਦੀ ਨਹੀਂ, ਪੂਰੇ ਉੱਤਰੀ ਭਾਰਤ ਦੇ ਲੋਕਾਂ ਦੀ। ਹਰਿਆਣਾ ਵੀ ਸ਼ਾਮਲ ਹੋ ਗਿਆ, ਰਾਜਸਥਾਨ ਦੇ ਲੋਕ ਵੀ ਸ਼ਾਮਲ ਆ, ਲੇਕਿਨ ਜਿਹੜੀ ਬਹੁਗਿਣਤੀ ਆ ਉਹ ਪੰਜਾਬ ਨਾਲ ਸੰਬੰਧਿਤ ਹੈ। ਬਿਲਕੁਲ। ਕਦੇ ਤੁਸੀਂ ਕਿਸਾਨ ਕਾਰਕੁਨ ਉਹਨਾਂ ਦੇ ਲੀਡਰ ਸੀ, ਅੱਜ ਤੁਸੀਂ ਪੰਜਾਬ ਦੀ ਇਸ ਜਿੰਨੀ ਵੀ ਸਲਾਬ ਆ, ਜਿੰਨੇ ਵੀ ਲੋਕ ਆ, ਜਨ ਸਧਾਰਨ ਹੈ, ਉਹਦੇ ਸਾਰੇ ਦੇ ਲੀਡਰ ਹੋ। ਫੈਸਲਾ ਤੁਸੀਂ ਕਰ ਰਹੇ ਹੋ, ਤੁਹਾਡੇ ਸਮਰਥਨ 'ਚ ਖੜੇ ਆ। ਉਸ ਸਮਰਥਨ ਨੇ ਤੁਹਾਨੂੰ ਤਾਕਤ ਬਖਸ਼ੀ ਹੈ। ਬਿਲਕੁਲ। ਤੁਸੀਂ ਵਾਈਜ਼ ਹੋਣੇ ਚਾਹੀਦੇ, ਤੁਹਾਡੀ ਹਸਤੀ ਬੁਲੰਦ ਹੋਣੀ ਚਾਹੀਦੀ ਹੈ। ਤੁਸੀਂ ਸਟੇਜ ਤੋਂ ਰਣਨੀਤੀਆਂ ਨਹੀਂ ਐਲਾਨ ਸਕਦੇ। ਤੁਸੀਂ ਕਿਸੇ ਨੂੰ ਕੁਝ ਕਹਿਣਾ ਹੈ ਤੇ ਜ਼ਰੂਰੀ ਨਹੀਂ ਕਿ ਸਟੇਜ ਤੋਂ ਕਹੋ, ਤੁਸੀਂ ਪਰਦੇ ਦੇ ਪਿੱਛੇ ਵੀ ਕਹਿ ਸਕਦੇ ਹੋ। ਜਿਨ੍ਹਾਂ ਨੂੰ ਕਹਿਣਾ ਹੈ ਉਹ ਮੁੱਠੀ ਭਰ ਹੋ ਸਕਦੇ ਆ, ਉਹ 200 400 500 1000 ਹੋ ਸਕਦੇ ਆ, ਸਮਝਾਏ ਜਾ ਸਕਦੇ ਆ। ਤੁਸੀਂ ਪੂਰੀ ਦੁਨੀਆ ਨੂੰ ਉਹ ਗੱਲ ਸੁਣਾ ਕੇ ਕੀ ਕਹਿਣਾ ਚਾਹੁੰਦੇ ਹੋ? ਜਦੋਂ ਤੁਸੀਂ ਆਪ ਕੋਠੇ ਤੇ ਚੜ੍ਹ ਕੇ ਗੱਲ ਕਰੋਗੇ, ਲੇਕਿਨ ਲੋਕ ਵੀ ਉਹਦਾ ਜਵਾਬ ਕੋਠੇ ਤੇ ਚੜ੍ਹ ਕੇ ਹੀ ਦਿੰਦੇ ਆ। ਜ਼ਮਾਨਾ ਇਸੇ ਤਰ੍ਹਾਂ ਦਾ। ਸਵਾਲ ਇਹ ਆ ਕਿ ਕਿਸਾਨ ਲੀਡਰ, ਜਿਹੜੇ ਕਿਸਾਨ ਲੀਡਰ ਆ, ਉਹਨਾਂ ਦੀ ਜ਼ਿੰਮੇਵਾਰੀ ਵੱਡੀ ਹੋਗੀ, ਸਾਰੇ ਸਤਿਕਾਰਯੋਗ ਹੈ, ਬਹੁਤ ਪਿਆਰੇ। ਸੁਣੋ, ਪਹਿਲੀ ਗੱਲ ਤੇ ਹੈ ਕਿ ਜਿਹੜਾ ਬੰਦਾ ਘਰੋਂ, ਜਿਹਨੂੰ ਕਹਿ ਲਓ ਕਿ ਸਤਾਇਆ ਹੋਇਆ ਪੂਰੀ ਤਰ੍ਹਾਂ, ਜਿਹੜਾ ਕਿਸਾਨਾਂ ਨੂੰ ਸੁਣਦੇ ਗੱਲ ਕਰਦੇ, ਜਿਹੜਾ ਆਮ ਆ ਉਹ ਕਹਿੰਦਾ ਜੀ ਘਰ ਵੀ ਤੇ ਉੱਥੇ ਜੇ ਉਹਨੂੰ ਕਹੋ ਕਿ ਕਰੋਨਾ ਆ, ਉਹ ਕਹਿੰਦਾ ਉੱਥੇ ਵੀ ਮਰ ਜਾਣਾ, ਇੱਥੇ ਵੀ ਮਰ ਜਾਣਾ, ਅਸੀਂ ਅੱਗੇ ਵੀ ਮਰਦੇ ਪਏ ਹਾਂ। ਬੜਾ ਸਾਦਾ ਜਿਹਾ। ਲੇਕਿਨ ਸਵਾਲ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਸਿਰ ਤੇ ਇਹ ਜਿਨ੍ਹਾਂ ਦਾ ਫਰਜ਼ ਬਣਦਾ ਸੀ ਕਿ ਇਸ ਵੇਲੇ ਇਹਨਾਂ ਲੋਕਾਂ ਦੇ ਨਾਲ ਚੱਲਦੇ ਨਹੀਂ, ਪਰ ਉਹਨਾਂ ਨੂੰ ਕੋਈ ਲਾਗੇ ਨਹੀਂ ਆਉਣ ਦੇ ਰਿਹਾ। ਇਸ ਕਰਕੇ ਕਿਉਂ ਕਿ ਜਦੋਂ ਬਾਰ-ਬਾਰ ਤੁਸੀਂ ਇਹ ਦੇਖੋ, ਇਸ ਵੇਲੇ ਘੱਟੋ ਘੱਟ ਕੇਂਦਰ ਨੂੰ ਇੱਕ ਵੇਖਣਾ ਚਾਹੀਦਾ ਬਣਦਾ ਕਿ ਪੰਜਾਬ ਹੋਵੇ, ਹਰਿਆਣਾ ਹੋਵੇ ਜਾਂ ਕੋਈ ਹੋਰ ਰਾਜ ਹੋਵੇ, ਜਿੰਨੇ ਲੋਕ ਉੱਥੇ ਕਿਸਾਨ ਗਏ ਨੇ, ਉਹਨਾਂ ਸਾਰਿਆਂ ਨੇ ਸਿਆਸੀ ਧਿਰਾਂ ਨੂੰ ਕਿਹਾ ਕਿ ਤੁਸੀਂ ਪਿਛਾਂ ਬੈਠ ਜਾਓ, ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ। ਔਰ ਸ਼ਾਇਦ ਇਹ ਪਹਿਲੀ ਵਾਰ ਆ ਕਿ ਐਡਾ ਵੱਡਾ ਲਾਮ ਲਸ਼ਕਰ ਉੱਥੇ ਗਿਆ ਔਰ ਉਹਦੇ ਵਿੱਚੋਂ ਵੀ ਇੱਕ ਸੰਮਤੀ ਕਹੋ ਜਾਂ ਸਰਵਸੰਮਤੀ ਕਹੋ ਕਿ 30 ਜਾਂ 40 ਲੋਕ ਜਿਹੜੇ ਨੇ ਤੁਹਾਡੇ ਉਹਨਾਂ ਦੇ ਨੁਮਾਇੰਦੇ ਬਣ ਕੇ ਜਾ ਰਹੇ ਨੇ। ਜੀ, ਚਲੋ ਅਸੀਂ ਨਹੀਂ ਕਹਿੰਦੇ ਵੀ ਅਸੀਂ 2 ਮਿੰਟ ਲਈ ਇਹ ਕਹਿ ਮੰਨ ਲੈਂਦੇ ਕਿ ਉਹ ਲੀਡਰ ਨਹੀਂ ਹੈ, ਉਹ ਸਿਆਸਤਦਾਨ ਨਹੀਂ ਹੈ। ਫਿਰ ਇਹ ਤੇ ਦੇਖੋ ਕਿ ਜਿਹੜਾ ਉਹ ਦਲੀਲ ਤੁਹਾਨੂੰ ਦੇ ਰਹੇ ਨੇ ਕਾਨੂੰਨ ਬਾਰੇ, ਘੱਟੋ ਘੱਟ ਉਹ ਕਿਸਾਨੀ ਦੀ ਗੱਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਜੇ ਤੇ ਉਹ ਨਿੱਜੀ ਗੱਲਾਂ ਕਰ ਰਹੇ ਨੇ ਤੇ ਫਿਰ ਜਿਹੜੇ ਪਿੱਛੇ ਲੱਖ 2 ਲੱਖ ਬੰਦਾ ਬੈਠਾ, ਮਾਫ ਕਰਨਾ, ਜਦੋਂ ਤੁਸੀਂ ਆਲੇ ਦੁਆਲੇ ਉਹ ਯੁੱਗ ਨਹੀਂ ਰਿਹਾ। ਹੁਣ ਤੇ ਹਰ ਬੰਦੇ ਦੀ ਜੇਬ 'ਚ ਮੋਬਾਈਲ ਆ ਤੇ ਆਪ ਹੀ ਲੀਡਰ ਆ ਤੇ ਆਪ ਹੀ ਉਹ ਗੱਲ ਸਵਾਲ ਪੁੱਛਣ ਵਾਲਾ ਤੇ ਆਪ ਹੀ ਜਵਾਬ ਦੇਣ ਵਾਲਾ। ਫਿਰ ਐਡੀ ਵੱਡੀ ਭੀੜ ਨੂੰ ਜ਼ਾਬਤੇ ਵਿੱਚ ਰੱਖਣਾ ਜਿਹੜਾ ਬਹੁਤ ਔਖਾ ਸਵਾਲ ਆ। ਤੇ ਜੇ ਸਰਕਾਰਾਂ ਇਹੋ ਜਿਹੇ ਛੋਟੇ-ਛੋਟੇ ਨੁਕਤੇ ਜਿਹੜੇ ਨੇ ਉਹਨਾਂ ਨੂੰ ਕਹਿਣਗੀਆਂ ਤੇ ਫਿਰ ਮਾਫ ਕਰਨਾ, ਇਹ ਸਾਰੀਆਂ ਜਿਹੜੀਆਂ ਗਰਮ ਧਿਰਾਂ ਹੋਈਆਂ, ਚਾਹੇ ਤੁਸੀਂ ਉਹਨਾਂ ਨੂੰ ਨੈਕਸਲਾਈਟ ਕਹੋ, ਚਾਹੇ ਜੋ ਮਰਜ਼ੀ ਕਹੀ ਜੋ, ਜਿਹੜੀ ਮਰਜ਼ੀ ਕਹੋ, ਇਹ ਦੇਣ ਤੇ ਤੁਹਾਡੀ ਆ ਕਿ ਨਹੀਂ ਹੈ? ਇਹ ਸਭ ਕੁਝ ਤੁਹਾਡੇ ਵਿੱਚ ਵਿਚਰਦੇ ਨੇ ਲੋਕ ਜਿੰਨੇ ਉੱਥੇ ਬੈਠੇ ਨੇ। ਉਹ ਕਦੇ ਤੁਸੀਂ ਜਦੋਂ ਤੁਹਾਨੂੰ ਲੋੜ ਪੈਂਦੀ ਆ ਉਦੋਂ ਤੁਹਾਡੇ ਭਰਾ ਹੁੰਦੇ ਨੇ, ਉਦੋਂ ਤੁਹਾਡੇ ਮਾਈ ਬਾਪ ਹੁੰਦੇ ਨੇ। ਅੱਜ ਤੁਹਾਨੂੰ ਲੋੜ ਨਹੀਂ ਸ਼ਾਇਦ ਮਹਿਸੂਸ ਹੋ ਰਹੀ। ਕਦੇ ਵੈਸੇ ਤੇ ਇਹ ਕਹਿੰਦੇ ਨੇ ਕਿ ਹਕੂਮਤ ਗਰਮੀ ਦੀ, ਜੀ, ਹੱਟੀ ਨਰਮੀ ਦੀ ਤੇ ਦਲਾਲੀ ਬਸ਼ਰਮੀ ਦੀ, ਪਰ ਇੰਨੀ ਵੀ ਗਰਮੀ ਕੀ ਹੋਈ? ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਮੰਨ ਰਹੇ ਹੋ, ਜਦੋਂ ਤੁਸੀਂ ਲੋਕਤੰਤਰ ਦੇ ਨੁਮਾਇੰਦੇ ਹੋ, ਲੋਕਤੰਤਰ ਦੇ ਵਿੱਚ ਸਭ ਤੋਂ ਅੱਗੇ ਹੋ, ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ, ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹੋ, ਫਿਰ ਲੋਕਾਂ ਨੂੰ ਸੁਣਨ ਲਈ ਤਿਆਰ ਨਹੀਂ। ਜੀ,
ਇਹ ਤੁਹਾਡਾ ਜਿਹੜਾ ਦੋਗਲਾ ਚਿਹਰਾ ਨਾ ਕਿਤੇ ਇਹ ਹੋਰ ਤਾਂ ਨਹੀਂ, ਜਿਹੜੇ ਵਰਲਡ ਦੀਆਂ ਜਿਹੜੀਆਂ ਪਾਵਰਾਂ ਨੇ, ਜਿਹੜੀਆਂ ਤਾਕਤਾਂ ਨੇ ਇਸ ਵੇਲੇ ਤੁਹਾਨੂੰ ਬਾਰ-ਬਾਰ ਕਹਿ ਰਹੀਆਂ ਨੇ ਕਿ ਦੇਖੋ ਕਿਸਾਨ ਸ਼ਾਂਤਮਈ ਬੈਠੇ ਨੇ, ਇਹ ਬੈਠੇ ਨੇ। ਮਾਮੂਲੀ ਗੱਲਾਂ ਨੇ ਜਦੋਂ ਇੱਕ ਦੂਜੇ ਦੇ ਖਿਲਾਫ ਉੱਥੇ ਕੋਈ ਬੋਲਿਆ ਜਾਂਦਾ, ਕਿ ਜਦੋਂ ਵੋਟਾਂ ਪੈਂਦੀਆਂ ਨੇ ਜਾਂ ਵੈਸੇ ਸਿਆਸਤਦਾਨ ਇੱਕ ਦੂਜੇ ਸਿਆਸਤਦਾਨ ਦੇ ਖਿਲਾਫ ਮਾੜੇ ਲਫ਼ਜ਼ ਨਹੀਂ ਬੋਲਦੇ। ਕਿਹੜਾ ਆਮ ਕਿਹਾ ਜਾਂਦਾ ਕਿ ਜਿਹਦਾ ਕੁਝ ਨਹੀਂ ਪਤਾ ਉਹਨੂੰ ਚੋਣ 'ਚ ਖੜਾ ਕਰ ਦਿਓ, ਦੂਜੀਆਂ ਧਿਰਾਂ ਸਾਰਾ ਉਹਦਾ ਜਿਹੜਾ ਜਿਹਨੂੰ ਛੱਜਰਾ ਕਹਿੰਦੇ ਛਾਂਟ ਕੇ ਰੱਖ ਦਿੰਦੀਆਂ ਨੇ। ਇਹ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਸਿਆਸਤਦਾਨਾਂ ਦਾ, ਕਿ ਜਿੰਨਾ ਕਿ ਤੁਸੀਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਕਰ ਦਿਓ, ਜੋ ਦੂਸ਼ਣ ਰੋਣਾ ਲਾ ਦਿਓ, ਤੇ ਬਾਅਦ 'ਚ ਤੁਹਾਡੇ ਆਪਸੀ ਸੰਬੰਧ ਫਿਰ ਉੱਥੇ ਨੇ ਜੀ। ਔਰ ਅੱਜ ਜੋ ਕੁਝ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਆਹ ਕਿਹਾ ਗਿਆ, ਇੱਥੋਂ ਆਹ ਕਿਹਾ ਗਿਆ, ਕੱਲ੍ਹ ਅਸੀਂ ਗੱਲ ਕੀਤੀ ਸੀ ਨਿਹੰਗ ਬਾਣੇ ਦੀ, ਨਿਸ਼ਾਨ ਸਾਹਿਬ ਦੀ ਗੱਲ ਕੀਤੀ ਸੀ, ਆਪਣੇ ਸੱਭਿਆਚਾਰ ਦੀ ਗੱਲ ਕੀਤੀ ਸੀ, ਆਖਰ ਇਹ ਫਿਰ ਉੱਥੇ ਹੀ ਆਉਣਾ ਜੀ। ਕੱਲ ਨੂੰ ਜਿਹੜੇ ਨੇਤਾ ਇਸ ਵੇਲੇ ਉੱਥੇ ਬੈਠੇ ਨੇ ਦਿੱਲੀ ਦੇ ਵਿੱਚ ਕਾਬਜ ਨੇ, ਜਦੋਂ ਕਿਤੇ ਪਹਿਲਾਂ ਵੀ ਜਿਹੜੇ ਲੋਕ ਕਾਬਜ ਸੀ ਉਹ ਵੀ ਤੇ ਆਖਰ ਇਹਨਾਂ ਦੇ ਵਿੱਚ ਹੀ ਵਿਚਰਦੇ ਨੇ ਜੀ, ਜਿਨ੍ਹਾਂ ਨੂੰ ਉਹ ਘਾਤਕ ਦੱਸਦੇ ਸੀ। ਬਾਕੀ ਦੇਸ਼ ਭਗਤ ਹੋਣ ਦੀ ਪਰਿਭਾਸ਼ਾ ਜਿਹੜੀ ਆ ਬੜੀ ਔਖੀ ਆ। ਇਹ ਬਿਲਕੁਲ ਆਪਾਂ ਮਾਰ ਕੇ, ਆਪਾਂ ਖਤਮ ਕਰਕੇ ਕੋਈ ਦੇਸ਼ ਭਗਤ ਬਣ ਸਕਦਾ ਜੀ। ਕਿਸੇ ਨੂੰ ਜਿਤਾ ਕੇ ਕਿ ਨਹੀਂ ਤੇਰੇ ਤੋਂ ਵੱਡਾ ਮੈਂ ਆ, ਇਹ ਦੌੜ ਕਦੇ ਖਤਮ ਨਹੀਂ ਹੋ ਸਕਦੀ। ਕਿਸੇ ਵੀ ਦੇਸ਼ ਦੇ ਵਿੱਚ ਵਸਣ ਵਾਲੇ ਉੱਥੋਂ ਦੇ ਵਸਨੀਕ ਭਾਵੇਂ ਉਹ ਕਿਸੇ ਵੀ ਰੰਗ ਭੇਦ ਨਾਲ ਸੰਬੰਧਿਤ ਹੋਣ, ਉਹਨਾਂ ਦੀ ਕੌਮੀਅਤ ਉਹ ਦੇਸ਼ ਦੀ ਕੌਮੀਅਤ ਆ। ਸਵਾਲ ਤਾਂ ਇਹ ਹੈ ਕਿ ਜਿਹੜੇ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਤਰਾਸ਼ੀਆਂ 'ਚ ਫਸ ਕੇ ਕਿਸੇ ਨੂੰ ਨੀਵਾਂ ਵਿਖਾਉਣਾ, ਇਹ ਕੋਈ ਸਿਆਣਪ ਨਹੀਂ। ਜੇਕਰ ਸਰਕਾਰਾਂ ਇਸ ਹਾੜ ਦੇ ਵਿੱਚ ਕਿ ਫਲਾਣੀ ਜਗ੍ਹਾ ਫਲਾਣੇ ਆ ਗਏ, ਫਲਾਣੀ ਜਗ੍ਹਾ ਫਲਾਣੇ ਆ ਗਏ, ਇਹ ਇੱਕ ਨਿਹਾਇਤ ਮਾੜਾ ਵਰਤਾਰਾ ਜਿਹਨੂੰ ਜਿੰਨਾ ਕੰਡੈਮ ਕੀਤਾ ਜਾਵੇ ਕਰਨਾ ਬਣਦਾ। ਕਿਸਾਨ ਜਥੇਬੰਦੀਆਂ ਸਿਰ ਜੋੜ ਕੇ ਬੈਠੀਆਂ ਨੇ, ਕਿਸਾਨ ਜਥੇਬੰਦੀਆਂ ਦੇ ਆਗੂ ਗੱਲ ਕਰਨ ਲਈ ਤਿਆਰ ਨੇ, ਲੇਕਿਨ ਇਹ ਧਿਆਨ ਰੱਖਣਾ ਚਾਹੀਦਾ ਕਿ ਸਾਡੇ ਵੱਲੋਂ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਗੱਲ ਨਾ ਟੁੱਟੇ। ਸਰਕਾਰਾਂ ਤਾਂ ਹਮੇਸ਼ਾ ਇਸ ਆਰ 'ਚ ਰਹਿੰਦੀਆਂ ਕਿ ਜਦੋਂ ਵੀ ਪ੍ਰੈਸ਼ਰ 'ਚ ਆਉਣ ਉਹ ਦੂਰੀ ਬਣਾ ਲੈਣ, ਚੁੱਪ ਕਰ ਜਾਣ, ਪਿੱਛੇ ਹਟ ਜਾਣ, ਕਿਉਂਕਿ ਕੋਈ ਵੀ ਗਵਰਨਮੈਂਟ ਨਹੀਂ ਚਾਹੁੰਦੀ ਕਿ ਉਹਦੇ ਸਾਹਮਣੇ ਕੋਈ ਮੁਸ਼ਕਲਾਂ ਆਉਣ, ਉਹਦੇ ਰਾਹ ਰਸਤੇ ਬੰਦ ਹੋ ਜਾਣ। ਸ਼ਾਂਤਮਈ ਅੰਦੋਲਨ ਸਦਾ ਪਰੇਸ਼ਾਨੀ ਦਿੰਦੇ ਆ ਸਰਕਾਰਾਂ ਨੂੰ, ਉਹਨਾਂ ਨੂੰ ਵਾਰਾ ਨਹੀਂ ਖਾਂਦਾ। ਅਸੀਂ ਉਹਨਾਂ ਨੂੰ ਮੌਕੇ ਨਹੀਂ ਦੇਣੇ, ਅਸੀਂ ਉਹਨਾਂ ਨੂੰ ਰਾਹ ਨਹੀਂ ਦੇਣੇ, ਇਹੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀਗੀ। ਲੇਕਿਨ ਅਸੀਂ ਕੋਈ ਬਹੁਤੇ ਸਿਆਣੇ ਨਹੀਂ ਗੇ, ਸਾਡੀ ਕੋਈ ਆਪਣੀ ਜਿਹੜੀ ਸਮਝ ਹੈ ਉਹਦੀ ਬਹੁਤ ਲਿਮਿਟੇਸ਼ਨ ਹੈ, ਬੜੀ ਸੀਮਾ ਹੈ। ਲੇਕਿਨ ਇਹ ਸਵਾਲ ਵੱਡਾ ਹੈ ਕਿ ਜਦੋਂ ਅਸੀਂ ਇਹਨਾਂ ਪਲੇਟਫਾਰਮਸ 'ਤੇ ਹੁੰਦੇ ਹਾਂ, ਤੁਹਾਡਾ ਪ੍ਰੈਸ਼ਰ ਇੱਕ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਬਹੁਤ ਸਾਰੇ WhatsApp ਮੈਸੇਜ, ਈਮੇਲਸ ਔਰ ਹੋਰ ਸੁਨੇਹੇ ਮਿਲਦੇ ਰਹਿੰਦੇ ਆ। ਕਈ ਗੱਲਾਂ ਸਾਨੂੰ ਤੁਹਾਡੀਆਂ ਕਰਨੀਆਂ ਪੈਂਦੀਆਂ, ਜਿਹਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਾਡੀ ਉਹ ਸਮਝ ਨਹੀਂ ਵੀ ਹੁੰਦੀ, ਫਿਰ ਵੀ ਸਾਨੂੰ ਉਹ ਕਰਨੀਆਂ ਪੈਂਦੀਆਂ ਨੇ। ਲੇਕਿਨ ਇਹ ਇੱਕ ਤੱਥ ਹੈ ਕਿ ਜਿਸ ਤਰੀਕੇ ਨਾਲ ਗੱਲਬਾਤ ਟੁੱਟੀ ਹੈ, ਉਹਦੇ ਵਿੱਚ ਸਾਡੀ ਲੀਡਰਸ਼ਿਪ ਦੀ ਕਮੀ ਨਜ਼ਰ ਆਈ ਹੈ। ਇਸ ਤਰੀਕੇ ਦੇ ਰਾਹ ਰਸਤੇ ਨਹੀਂ, ਜੇ ਮੰਨ ਲਓ 40 ਦੇ ਵਿੱਚੋਂ 10 ਕਹਿੰਦੇ ਵੀ ਸੀ ਤੇ ਉਹਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਸੀ, ਗੱਲ ਅੱਗੇ ਤੁਰਦੀ ਰਹਿਣੀ ਚਾਹੀਦੀ ਸੀ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਇੱਕ ਕਾਨੂੰਨ ਕਰਾ ਲਓ ਤੇ ਬਾਕੀਆਂ 'ਚ ਅਮੈਂਡਮੈਂਟ ਕਰਾ ਲਓ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਰੇ ਰੱਦ ਕਰੋ, ਅਸੀਂ ਨਹੀਂ ਇਹ ਕਹਿੰਦੇ ਕਿ ਤੁਸੀਂ ਅਮੈਂਡਮੈਂਟਸ ਮੰਨ ਜਾਓ। ਇਹ ਤੁਹਾਡੀ ਸਮਝ ਹੈ ਕਿ ਤੁਸੀਂ ਕਿਵੇਂ ਕਰਨਾ। ਸਾਡੇ ਤੋਂ ਬਹੁਤ ਜ਼ਿਆਦਾ ਸਟੂਡੀਓਜ਼ ਦੇ ਵਿੱਚ ਔਰ ਕੈਮਰਿਆਂ ਦੀ ਚੱਕਾਚੌਂਧ ਵਿੱਚ ਫਿਰਦੇ ਲੋਕਾਂ ਨਾਲੋਂ ਤੁਹਾਨੂੰ ਬਹੁਤ ਪਤਾ, ਤੁਸੀਂ ਸਟੱਡੀ ਕੀਤਾ, ਬਹੁਤ ਸਾਰੇ ਵਕੀਲ, ਬਹੁਤ ਸਾਰੇ ਮਾਹਿਰ ਤੁਹਾਡੇ ਨਾਲ ਨਿੱਠ ਕੇ ਚੱਲਦੇ ਆ, ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕੀ ਵਾਰਾ ਖਾਂਦਾ। ਮੈਨੂੰ ਰਾਜੇਵਾਲ ਸਾਹਿਬ ਦੀ ਉਹ ਗੱਲ ਬੜੀ ਚੰਗੀ ਲੱਗਦੀ ਹੈ ਕਿ ਅਸੀਂ ਲੜਾਈ ਉਹ ਲੜ ਰਹੇ ਹਾਂ ਜਿਹੜੀ ਲੜਾਈ ਕਿਸੇ ਹੋਰ ਨੇ ਲੜਨੀ ਸੀ। ਸੱਚ ਆ ਕਿ ਸੂਬੇ ਔਰ ਜਿਹੜੀ ਕੇਂਦਰ ਹੈ, ਇਹਨਾਂ ਦੇ ਅਧਿਕਾਰਾਂ ਦੀ ਗੱਲ ਆ, ਇਹਨਾਂ ਦੇ ਕਾਨੂੰਨ ਬਣਾਉਣ ਦੇ ਅਖਤਿਆਰਾਤ ਦੀ ਗੱਲ ਆ, ਇਹਨਾਂ ਦੇ ਆਪਣੇ ਵੱਖ-ਵੱਖ ਸ਼ਕਤੀ ਕੇਂਦਰਾਂ ਦੀ ਗੱਲ ਆ, ਫੈਡਰਲ ਢਾਂਚੇ ਦੀ ਗੱਲ ਆ। ਉਹ ਕਹਿੰਦੇ ਤੁਸੀਂ ਅੱਜ ਜਿਹੜਾ ਕਾਨੂੰਨ ਬਣਾਇਆ, ਜੇ ਇਹਨੂੰ ਮੰਨ ਲਿਆ ਜਾਊਗਾ ਤੇ ਕੱਲ ਨੂੰ ਇਹ ਨਵੇਂ ਕਾਨੂੰਨ ਲੈ ਕੇ ਆਉਣਗੇ। ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਰਹੇ ਆ। ਅਸੀਂ ਇਹ ਲੜਾਈ ਲੜ ਰਹੇ ਹਾਂ ਕਿ ਇਹ ਇਹਨਾਂ ਦਾ ਸਬਜੈਕਟ ਹੀ ਨਹੀਂ ਸੀ, ਕੇਂਦਰ ਦਾ ਇਹ ਹੱਕ ਹੀ ਨਹੀਂ ਸੀ। ਇਹ ਕਾਨੂੰਨ ਬਣਾ ਕੇ ਉਹਨਾਂ ਨੇ ਗਲਤੀ ਕੀਤੀ ਹੈ, ਸੂਬਿਆਂ ਦਾ ਹੱਕ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਬੜੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈ ਕਿ ਵੰਨ-ਸੁਵੰਨਤਾ ਹੈ, ਵੰਨ-ਸੁਵੰਨਤਾ ਬਣੀ ਰਹਿਣੀ ਚਾਹੀਦੀ। ਕਿਹੜੇ ਖਿੱਤੇ 'ਚ ਕੀ ਹੋ ਰਿਹਾ, ਜੇ ਸੈਂਟਰ ਹਰ ਜਗ੍ਹਾ ਦਖਲ ਦੇਊਗਾ ਉਹਦੇ ਲਈ ਬਹੁਤ ਔਖਾ ਹੋਊਗਾ। ਇਹ ਕੰਪਲੈਕਸ ਸਵਾਲ ਆ ਕਿ ਤੁਸੀਂ ਬਹੁਤ ਦੂਰ ਦਰਾਜ ਦੇ ਖੇਤਰਾਂ ਨੂੰ ਜਾਣ ਸਕੋ। ਉੱਥੋਂ ਦੀ ਸਟੇਟ ਜਿਹੜੇ ਆਪਣੇ ਲੋਕਾਂ ਨੂੰ ਚੁਣ ਕੇ ਰਾਜ ਦਿੰਦੀ ਆ, ਉਹਨਾਂ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਖਿੱਤੇ ਦੇ ਵਿੱਚ, ਕਿਸ ਏਰੀਏ ਦੇ ਵਿੱਚ ਕਿਸ ਤਰ੍ਹਾਂ ਦੀ ਮੁਸ਼ਕਲ ਆ, ਔਰ ਜਿਹੜੇ ਉਹਨਾਂ ਗਲੀਆਂ ਡੰਡੀਆਂ ਪਗਡੰਡੀਆਂ ਥਾਣੀ ਲੰਘ ਕੇ ਜਿੱਤ ਕੇ ਆਉਂਦੇ ਆ, ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਔਰ ਲੋਕਾਂ ਦੀ ਪਹੁੰਚ ਵਿੱਚ ਰਹਿੰਦੇ ਆ। ਸੋ ਇਸੇ ਕਰਕੇ ਸਟੇਟ ਔਰ ਕੇਂਦਰ ਦੇ ਸਬਜੈਕਟ ਵੱਖੋ ਵੱਖ ਆ। ਰਾਜੇਵਾਲ ਦੀ ਇਸ ਗੱਲ 'ਚ ਬੜੀ ਭਾਰੀ ਸਿਆਣਪ ਆ। ਲੇਕਿਨ ਜਿਨ੍ਹਾਂ ਨੇ ਕਦੀ
ਝੁਕਣਾ ਨਹੀਂ ਮੰਨਿਆ, ਉਹਨਾਂ ਨੂੰ ਤੁਸੀਂ ਝੁਕਾਉਣ ਤੇ ਆਏ ਲੇਕਿਨ ਹੋ। ਇੱਕ ਚੀਜ਼ ਮੈਂ ਇਹ ਬਹੁਤ ਵੱਡੀ ਗੱਲ ਆ, ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ। ਪਰ ਇੱਕ ਫਿਕਰ, ਇੱਕ ਮਨ ਦੇ ਵਿੱਚ ਡਰ ਰਹਿੰਦਾ ਹੈ ਕਿ ਅਸੀਂ ਆਪਣੀ ਲਿਮਟ ਨੂੰ ਛੱਡਣਾ ਨਹੀਂ, ਅਸੀਂ ਇਹਨੂੰ ਜਿੱਤ ਯਕੀਨੀ ਚ ਬਦਲਣਾ। ਦੇਖੋ, ਜਦੋਂ ਅਸੀਂ ਨੈਲਸਨ ਮੰਡੇਲਾ ਇੱਕ ਸੰਘਰਸ਼ ਲੜਦੇ ਨੇ, ਨੈਲਸਨ ਮੰਡੇਲਾ ਜਿਹੜਾ ਸੰਘਰਸ਼ ਲੜਦੇ ਨੇ ਉਹ ਹਿੰਦੁਸਤਾਨ ਦੇ ਵਿੱਚ ਨਹੀਂ ਸੀ ਜੀ, ਲੇਕਿਨ ਅਸੀਂ ਨੈਲਸਨ ਮੰਡੇਲਾ ਦੇ ਸੰਘਰਸ਼ ਨੂੰ ਜੀ। ਇਹ ਦੇਸ਼ ਮਾਨਤਾ ਦਿੰਦਾ ਹੈ, ਅਸੀਂ ਉਹਦੇ ਨਾਲ ਖਲੋਨੇ। ਜੇ ਲੰਕਾ ਦੀ ਅੰਦਰੂਨੀ ਜੰਗ ਛਿੜਦੀ ਹੈ ਤੇ ਹਿੰਦੁਸਤਾਨ ਵਰਗਾ ਮੁਲਕ ਜਿਹੜਾ ਉੱਥੇ ਪੀਸ ਕੀਪਿੰਗ ਫੋਰਸ ਭੇਜਦਾ ਕਿ ਜਾਓ ਸ਼ਾਂਤੀ ਬਣਾ ਕੇ ਆਓ। ਅਸੀਂ ਹਰ ਜਗ੍ਹਾ ਮਨੁੱਖਤਾ ਦੇ ਲਈ ਖਲੋਂਦੇ ਹਾਂ, ਦਾਅਵੇ ਕਰਦੇ ਹਾਂ। ਅਸੀਂ ਮਨੁੱਖੀ ਅਧਿਕਾਰਾਂ ਦੀ ਜਿੱਥੇ ਕਿਤੇ ਵੀ ਕੋਈ ਉਲੰਘਣਾ ਹੁੰਦੀ ਹੈ ਅਸੀਂ ਹਾਂ ਦਾ ਨਾਰਾ ਮਾਰਦੇ ਹਾਂ। ਔਰ ਕਿੱਡੀ ਤਰਾਸਦੀ ਹੈ ਕਿ ਜਦੋਂ ਆਪਣੇ ਮੁਲਕ ਦੇ ਵਿੱਚ ਕੋਈ ਹੱਕ ਮੰਗ ਰਿਹਾ ਜੀ, ਤੇ ਅਸੀਂ ਉਹਦੇ ਨਾਲ ਗੱਲ ਕਰਨ ਤੋਂ ਪਹਿਲਾਂ 10 ਜਿਹੜੇ ਅੜਿੱਚਾਂ ਨੇ ਡਾ ਰਹੇ ਹਾਂ, ਸਲੋਗਨ ਦਿੰਨੇ ਆ, ਫਲਾਣਾ ਫਲਾਣਾ ਵਾ, ਫਲਾਣਾ ਵਾ। ਜੇ ਸਾਡਾ ਦਿਲ, ਜੇ ਸਾਡਾ ਇੰਨਾ ਵਿਸ਼ਾਲ ਹਿਰਦਾ ਨਹੀਂ ਹੈ ਤੇ ਫਿਰ ਬਾਹਰਲੇ ਮੁਲਕਾਂ ਨੂੰ ਵੀ ਲੱਗੇਗਾ, ਦੂਸਰੇ ਲੋਕ ਜਿਹੜੇ UNO ਵਰਗੇ ਏਜੰਸੀਆਂ ਬੈਠੀਆਂ ਨੇ ਉਹ ਕਹਿਣਗੀਆਂ ਦੇਖੋ ਇਹ ਬਾਕੀ ਸਾਰਾ ਫਿਰ ਕੁਝ ਡਰਾਮਾ ਹੀ ਹੋ ਰਿਹਾ। ਕੌਣ ਪ੍ਰਵਾਹ ਕਰਦਾ ਸਰਦਾਰ ਸੋ, ਸਾਹਿਬ, ਲੇਕਿਨ ਇਹ ਇਹ ਸਟੇਟਮੈਂਟਾਂ ਤੱਕ ਸੀਮਤ ਰਹਿੰਦਾ ਹੈ। ਬਿਲਕੁਲ। ਗੱਲ ਇਹ ਆ, ਇਹ ਲੜਾਈ ਇਹ ਉਹਨਾਂ ਲੋਕਾਂ ਨੇ ਲੜਨੀ ਹੈ ਜੀ। ਜਿਹੜੇ ਲੋਕ ਮੂਹਰੇ ਮੋਰਚੇ ਤੇ ਬੈਠੇ, ਕਿਤੇ ਨਾ ਕਿਤੇ ਮੋਰਚੇ ਤੇ ਬੈਠੇ। ਡੈਡ ਲੋਕ ਜਿਹੜਾ ਉਹ ਟੁੱਟਣਾ ਚਾਹੀਦਾ, ਤੁਰੰਤ ਟੁੱਟਣਾ ਚਾਹੀਦਾ। ਕੇਂਦਰ ਨੂੰ ਪਹਿਲ ਕਰਨੀ ਚਾਹੀਦੀ ਹੈ, ਜੇ ਨਹੀਂ ਤੇ ਕਿਸਾਨਾਂ ਨੂੰ ਵੀ ਆਪਣੇ ਵੱਲੋਂ ਕੋਈ ਨਾ ਕੋਈ ਤੌਰ ਤਰੀਕੇ ਬਣਾਉਣੇ ਚਾਹੀਦੇ ਆ। ਹਾਲਾਂਕਿ ਪ੍ਰੈਸ਼ਰ ਬਣਾਉਣ ਲਈ ਕਿਸਾਨੀ ਕਾਫੀ ਕੁਝ ਕਰ ਰਹੀ ਹੈ, ਲੇਕਿਨ ਜਦੋਂ ਇਹ ਗੱਲ ਤੁਰੇ ਤੇ ਗੱਲ ਲੌਜਿਕ ਤੇ ਗੱਲ ਹੋਵੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।